ਵੈਲਕਮ ਟੂ CBC ऑनलाइन ਪਲੇਟਫਾਰਮ। मैं ਤੁਹਾਡਾ ਆਪਣਾ ਰਵੀ ਸਰ CBC ਅਕੈਡਮੀ ਅਬੋਹਰ ਤੋਂ। ਆਓ ਜੀ ਅੱਜ ਡਿਸਕਸ ਕਰਾਂਗੇ ਪੰਜਾਬ ਦੀ ਹਿਸਟਰੀ ਦੇ ਬਾਰੇ। ਸਿੱਖੀਜ਼ਮਸ ਨੂੰ ਸਟਾਰਟ ਕਰਨਾ, ਆਪਾਂ 10 ਗੁਰੂਆਂ ਦੀ ਹਿਸਟਰੀ ਪੜ੍ਹਨੀ ਹੈ, ਤਾਂ ਆਪਾਂ ਵੀਡੀਓ ਨੂੰ ਵੀ ਛੋਟਾ ਰੱਖਾਂਗੇ ਤਾਂ ਕਿ ਤੁਹਾਡੇ ਲਈ ਪੜ੍ਹਨਾ ਵੀ ਆਸਾਨ ਹੋਵੇ। ਪਲੀਜ਼ ਮੈਂ ਇਸ ਤੋਂ ਪਹਿਲਾਂ ਜੀ ਤੁਹਾਨੂੰ 9 ਪਾਰਟ ਜਿਹੜੇ ਹੈ ਅਪਲੋਡ ਕੀਤੇ ਨੇ, ਉਹ ਤੁਸੀਂ ਜ਼ਰੂਰ ਜਾ ਕੇ ਵੇਖ ਲਓ। ਜਿਹੜਾ 8ਵਾਂ ਤੇ 9ਵਾਂ ਪਾਰਟ ਹੈ ਉਹਦੇ ਵਿੱਚ ਮੈਂ ਪਹਿਲੇ ਪਾਰਟ ਦੇ ਵਿੱਚ ਇੰਡੀਆ ਦੀ ਟਾਈਮਲਾਈਨ ਹਿਸਟਰੀ ਦੀ ਬਣਾਈ ਹੈ ਤੇ ਉਹ ਤੁਸੀਂ ਵੇਖ ਲਓ। ਉਸ ਤੋਂ ਬਾਅਦ 9ਵੇਂ ਪਾਰਟ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਦੀ ਹਿਸਟਰੀ ਦੀ ਟਾਈਮਲਾਈਨ ਪਲੱਸ ਸਟੋਨ ਏਜ ਤੇ ਹੜੱਪਾ, ਇਹ 3 ਚੀਜ਼ਾਂ ਮੈਂ ਕਰਵਾਤੀਆਂ ਨੇ। ਤਾਂ ਪ੍ਰੀਵੀਅਸ ਵੀਡੀਓ ਜ਼ਰੂਰ ਵੇਖ ਲਓ ਤਾਂ ਇਸ ਵੀਡੀਓ ਨੂੰ ਦੇਖਣ ਦਾ ਬੈਨੀਫਿਟ ਹੈ ਤੇ ਉਹਦੇ ਨਾਲ ਤੁਹਾਡੇ ਕੀ ਇੱਕ ਰਿਲੇਟਿਵਿਟੀ ਬਣ ਜੂਗੀ। ਠੀਕ ਹੈ ਜੀ। ਤੇ ਜਿਹੜੇ ਸਟੂਡੈਂਟ ਹੁਣ ਇਸ ਚੈਨਲ ਦੇ ਉੱਪਰ ਅੱਜ ਹੀ ਇਸੇ ਵੀਡੀਓ ਨੂੰ ਵੇਖ ਰਹੇ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਇਨ ਫਿਊਚਰ ਦੇ ਵਿੱਚ ਜਿਹੜੇ ਸਟੂਡੈਂਟਸ ਨੂੰ ਜਿਹੜੇ ਤਿਆਰੀ ਨਹੀਂ ਕਰ ਪਾ ਰਹੇ ਉਹ ਵੀ ਇਹਨਾਂ ਤੱਕ ਵੀ ਵੀਡੀਓ ਦਾ ਬੈਨੀਫਿਟ ਪਹੁੰਚ ਸਕੇ। ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ। ਤੁਹਾਨੂੰ ਪਤਾ ਸਾਡੇ ਔਨਲਾਈਨ CBC ਦੇ ਔਨਲਾਈਨ ਕੋਰਸ ਵੀ ਆਉਂਦੇ ਆ। ਜੇ ਤੁਸੀਂ ਘਰ ਬੈਠੇ ਲੋਕਡਾਊਨ ਦੇ ਵਿੱਚ ਘਰੇ ਬੈਠੇ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਰਸ ਨੂੰ ਪਰਚੇਜ਼ ਕਰ ਸਕਦੇ ਹੋ ਤੇ ਪੂਰੀ ਸਿਸਟਮੈਟਿਕਲੀ ਵੇ ਨਾਲ PDF ਤੇ ਕਲਾਸਾਂ ਤੁਹਾਨੂੰ ਘਰ ਬੈਠੇ ਤੁਸੀਂ ਕਰ ਸਕਦੇ ਹੋ ਤਿਆਰੀ। ਤਾਂ ਇਹ ਤੁਸੀਂ ਸਾਡੀ ਜਿਹੜੀ ਸਾਈਟ ਹੈ CBC ਐਗਜ਼ਾਮ ਗੁਰੂ ਤੇ ਉੱਪਰ ਤੁਸੀਂ ਜਾ ਕੇ ਵੇਖ ਸਕਦੇ ਹੋ, ਪ੍ਰੋਪਰ ਤੁਹਾਨੂੰ ਸਭ ਕੁਝ ਮਿਲ ਜੂਗਾ ਉੱਥੇ। ਠੀਕ ਹੈ ਜੀ। ਤੇ ਆਓ ਜੀ ਆਪਣੀ ਵੀਡੀਓ ਨੂੰ ਅਸੀਂ ਸਟਾਰਟ ਕਰੀਏ। ਤੇ ਅੱਜ ਦੀ ਹਿਸਟਰੀ ਜਿਹੜੀ ਹੈ ਸਿੱਖੀਜ਼ਮ ਦੇ ਬਾਰੇ ਆਪਾਂ ਵੇਖਦੇ ਹਾਂ ਕਿ ਪਹਿਲਾਂ ਸਿੱਖੀਜ਼ਮ ਦਾ ਮਤਲਬ ਕੀ ਹੈ, ਉਸ ਚੀਜ਼ ਨੂੰ ਵੇਖ ਕੇ ਫਿਰ ਅਸੀਂ ਗੁਰੂਆਂ ਦੀ ਹਿਸਟਰੀ ਨੂੰ ਸਟਾਰਟ ਕਰਾਂਗੇ। ਸਭ ਤੋਂ ਪਹਿਲਾਂ ਜੀ ਸਿੱਖੀਜ਼ਮ ਦੇ ਬਾਰੇ ਤੇ ਕਹਿੰਦੇ ਜੀ ਜਿਹੜਾ ਵਰਡ ਸਿੱਖ ਹੈ ਇਹ ਸੰਸਕ੍ਰਿਤ ਦੇ ਕਿਹੜੇ ਵਰਡ ਤੋਂ ਲਿਆ ਗਿਆ? ਸੰਸਕ੍ਰਿਤ ਦਾ ਇੱਕ ਵਰਡ ਹੈ, ਉਹਦਾ ਹੁੰਦਾ ਹੈ ਸ਼ਿਸ਼ਿਆ। ਇਹਨੂੰ ਆਪਾਂ ਇੱਦਾਂ ਲਿਖਦੇ ਹੁੰਦੇ ਹਾਂ ਹਿੰਦੀ ਦੇ ਵਿੱਚ ਸ਼ਿਸ਼ਿਆ। ਸ਼ਿਸ਼ਿਆ ਦਾ ਮਤਲਬ ਹੁੰਦਾ ਹੈ ਲਰਨਰ ਜਾਂ ਫੋਲੋਵਰ। ਲਰਨਰ ਜਾਂ ਫੋਲੋਵਰ, ਜਿਵੇਂ ਆਪਾਂ ਸਟੂਡੈਂਟ ਕਹਿ ਦਿੰਦੇ ਹਾਂ, ਉਹ ਵੀ ਟੀਚਰ ਦਾ ਇੱਕ ਸਟੂਡੈਂਟ ਕੀ ਹੁੰਦਾ ਹੈ, ਇੱਕ ਫੋਲੋਵਰ ਹੁੰਦਾ ਹੈ ਜਾਂ ਟੀਚਰ ਲਰਨਰ ਹੁੰਦਾ ਹੈ। ਹਰ ਇੱਕ ਪਰਸਨ ਜਿਹੜਾ ਸਿੱਖ ਰਿਹਾ ਉਹ ਆਪਣੇ ਆਪ ਨੂੰ ਜਿਹਨੇ ਜ਼ੀਰੋ ਰੱਖਿਆ ਆਪਣੀ ਲਾਈਫ ਦੇ ਵਿੱਚ ਉਹ ਸਿੱਖਦਾ ਹੀ ਹੁੰਦਾ ਹਮੇਸ਼ਾ। ਤਾਂ ਉਸੇ ਸੰਸਕ੍ਰਿਤ ਦੇ ਵਰਡ ਤੋਂ ਆਪਾਂ ਸਿਸ਼ਿਆ ਵਰਡ ਤੋਂ ਸਿੱਖ ਦਾ ਓਰੀਜਨ ਹੋਇਆ ਹੈ, ਸਿੱਖ ਵਰਡ ਦਾ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਪਾਲੀ ਲੈਂਗੁਏਜ ਵੀ ਬੋਲੀ ਜਾਂਦੀ ਸੀ ਏਸ਼ੀਅਨ ਟਾਈਮ ਦੇ ਵਿੱਚ, ਪਾਲੀ ਲੈਂਗੁਏਜ ਬੋਲੀ ਜਾਂਦੀ। ਉਹਦੇ ਵਿੱਚ ਹੁੰਦਾ ਸੀਗਾ ਸੇਖਾਂ। ਸੇਖਾਂ ਦਾ ਮਤਲਬ ਜਿਹਨੂੰ ਰਿਲੀਜੀਅਸ ਟੀਚਿੰਗ ਦਿੱਤੀ ਜਾਵੇ, ਜਿਹਨੂੰ ਆਪਾਂ ਰਿਲੀਜੀਅਸ ਧਾਰਮਿਕ ਗੱਲਾਂ ਪੜ੍ਹਾ ਰਹੇ ਹਾਂ ਜਿਸ ਸਟੂਡੈਂਟ ਨੂੰ ਜਾਂ ਜਿਸ ਸ਼ਿਸ਼ਿਆ ਨੂੰ ਪੜ੍ਹਾ ਰਹੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਸ਼ੇਖਾ। ਠੀਕ ਹੈ ਜੀ। ਤਾਂ ਇਸ ਤੋਂ ਵਰਡ ਤੋਂ ਇਹਦਾ ਜਨਮ ਹੋਇਆ। ਤੇ ਪੰਜਾਬੀ ਦੇ ਵਿੱਚ ਪੰਜਾਬੀ ਜਿਹੜੀ ਲੈਂਗੁਏਜ ਹੈ ਉਸ ਦੇ ਵਿੱਚ ਸਿੱਖ ਦਾ ਮਤਲਬ ਹੈ ਕਿ ਜੋ ਪਰਸਨ ਫਸਟ ਗੁਰੂ ਨੂੰ ਫੋਲੋ ਕਰਦਾ ਪਿਆ, ਮਤਲਬ ਜਿਹੜੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਟੀਚਿੰਗ ਨੂੰ ਫੋਲੋ ਕਰਦਾ ਹੈ ਪੰਜਾਬੀ ਦੇ ਵਿੱਚ, ਤਾਂ ਉਸ ਪਰਸਨ ਨੂੰ ਆਪਾਂ ਸਿੱਖ ਕਹਿ ਦਿੰਦੇ ਹਾਂ। ਠੀਕ ਹੈ ਜੀ। ਤੇ ਨੈਕਸਟ ਆਪਾਂ ਗੱਲ ਕਰੀਏ ਅਕੋਰਡਿੰਗ ਟੂ ਦੀ ਸਿੱਖ ਗੁਰਦੁਆਰਾ ਰਿਫੋਰਮਸ ਜਿਹੜੀ ਐਕਟ ਆਇਆ ਸੀ 1925 ਦੇ ਵਿੱਚ, ਵੈਰੀ ਇੰਪੋਰਟੈਂਟ ਐਕਟ ਹੈ। ਇਹੀ ਐਕਟ ਦਾ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਵੇਖਣ ਨੂੰ ਮਿਲੂਗਾ ਵੀ ਇਹ ਤੁਹਾਨੂੰ ਕਦੋਂ ਆਇਆ ਸੀਗਾ 1925 ਦੇ ਵਿੱਚ। 4 ਤਰੀਕਾਂ ਤੁਹਾਨੂੰ ਦੇ ਸਕਦਾ ਹੈ। ਠੀਕ ਹੈ ਜੀ। ਤਾਂ ਇਹਦੇ ਵਿੱਚ ਇਸ ਗੁਰਦੁਆਰਾ ਐਕਟ ਦੇ ਅਕੋਰਡਿੰਗ ਸਿੱਖ ਦਾ ਮਤਲਬ ਕੀ ਹੈ? ਜੋ ਪਰਸਨ ਰਿਚੁਅਲਸ ਜਿਹੜੇ ਸਿੱਖੀਜ਼ਮ ਦੇ ਜਿਹੜੇ ਗੱਲਾਂ ਨੂੰ ਫੋਲੋ ਕਰਦਾ ਉਸ ਨੂੰ ਸਿੱਖ ਕਹਾਵਾਂਗੇ ਆਪਾਂ। ਠੀਕ ਹੈ ਜੀ। ਤੇ ਗੱਲ ਆਉਂਦੀ ਹੈ ਫਿਰ ਉਸ ਤੋਂ ਬਾਅਦ ਵੀ ਜਿਹੜਾ ਸਿੱਖੀਜ਼ਮ ਹੈ ਉਹ ਸਟਾਰਟ ਕਿੱਥੋਂ ਹੋਇਆ? ਤੇ ਪਹਿਲੇ ਗੁਰੂ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਦੇਵ ਜੀ, ਉਹਨਾਂ ਤੋਂ ਇਹ ਜਿਹੜਾ ਧਰਮ ਹੈ ਸਟਾਰਟ ਹੋਇਆ ਸੀਗਾ। ਠੀਕ ਹੈ ਜੀ। ਤੇ ਲਗਭਗ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਤਾਂ ਉਹ ਸੈਂਚੁਰੀ ਕਿਹੜੀ ਸੀ? ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। PPSC ਦੇ ਵਿੱਚ ਬੁੱਕਸ ਦੇ ਵਿੱਚ ਤੁਸੀਂ ਵੇਖੋਗੇ ਪ੍ਰੀਵੀਅਸ ਪੇਪਰ ਦੇ ਵਿੱਚ ਇਹ ਤੁਹਾਨੂੰ ਮਿਲ ਜਾਵੇਗਾ। ਤਾਂ ਇਹ ਜਿਹੜਾ ਸੀਗਾ ਇਹ ਤੁਹਾਨੂੰ ਪਤਾ ਜੀ ਗੁਰੂ ਜੀ ਦਾ ਜਨਮ 1469 ਦੇ ਵਿੱਚ ਹੋਇਆ ਸੀਗਾ। ਤੇ ਉਹ ਟਾਈਮ ਜਿਹੜਾ ਸੀਗਾ ਤੁਹਾਨੂੰ ਪਤਾ ਜੀ ਹੁਣ ਆਪਣੀ 21ਵੀਂ ਸਦੀ ਚੱਲ ਰਹੀ ਹੈ, ਪਰ ਟਾਈਮ ਕੀ ਚੱਲਦਾ ਪਿਆ? ਆਪਾਂ ਹੁਣ ਕੀ ਲਿਖ ਦਿੰਦੇ ਹਾਂ 2021 ਚੱਲਦਾ ਪਿਆ ਜਿਵੇਂ, ਤਾਂ ਉਹ ਹਜੇ 21 ਤਾਂ ਆਇਆ ਹੀ ਨਹੀਂ ਇੱਥੇ, ਪਰ 21ਵੀਂ ਕਹਿ ਰਹੇ ਹਾਂ ਆਪਾਂ। ਇਸੇ ਤਰ੍ਹਾਂ ਹੀ ਹਜੇ 1400 ਕੁ ਸਮਥਿੰਗ ਈਅਰ ਚੱਲਦੇ ਪਏ ਸੀਗੇ, ਤਾਂ ਉਸ ਨੂੰ ਆਪਾਂ ਕੀ ਕਹਿੰਦੇ ਸੀ 15ਵੀਂ ਸਦੀ। ਠੀਕ ਹੈ ਜੀ। 15ਵੀਂ ਸਦੀ ਦੇ ਵਿੱਚ ਸਿੱਖੀਜ਼ਮ ਗੁਰੂ ਨਾਨਕ ਦੇਵ ਜੀ ਦੇ ਫਸਟ ਗੁਰੂ ਜਿਹੜੇ ਨੇ ਉਹ ਜਿਨ੍ਹਾਂ ਦਾ ਜਨਮ ਹੋਇਆ ਸੀ, ਅਵਤਾਰ ਜਿਹੜੇ ਨੇ ਰੱਬ ਰੂਪੀ ਫੋਰਮ ਦੇ ਵਿੱਚ ਇੰਡੀਆ ਦੇ ਵਿੱਚ ਆਏ ਸੀ। ਇੰਡੀਆ ਦੀ ਧਰਤੀ ਦੇ, ਪੰਜਾਬ ਦੀ ਧਰਤੀ ਦੇ ਉੱਪਰ ਜਨਮ ਵੀ ਲਿਆ ਸੀ ਉਹਨਾਂ ਨੇ। ਠੀਕ ਹੈ ਜੀ। ਉੱਥੋਂ ਫਿਰ ਸਿੱਖੀਜ਼ਮ ਸਟਾਰਟ ਹੋ ਗਿਆ ਸੀਗਾ। ਤੇ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਨੈਕਸਟ ਆਪਣੇ 10 ਗੁਰੂ ਨੇ ਜੀ। ਤੇ ਸਿੱਖੀਜ਼ਮ ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਹਾਂ। ਤੇ ਸਭ ਤੋਂ ਪਹਿਲਾਂ ਤਾਂ ਸਭ ਤੋਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਗੁਰੂ ਆਪਣੇ 10 ਗੁਰੂ ਨੇ ਉਹਨਾਂ ਦੀ
ਟਾਈਮਲਾਈਨ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਗੁਰੂ ਪਹਿਲਾਂ ਆਏ ਸੀਗੇ, ਕਿਹੜੇ ਗੁਰੂ ਬਾਅਦ ਦੇ ਵਿੱਚ ਆਏ ਸੀਗੇ, ਉਹਨਾਂ ਦਾ ਪ੍ਰੋਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ। ਅਤੇ ਕਈਆਂ ਨੂੰ ਮੈਂ ਕਲਾਸ ਦੇ ਵਿੱਚ ਪੜ੍ਹਾਉਣਾ ਹੁੰਦਾ, ਅਤੇ ਜਿਵੇਂ ਕਲਾਸ ਦੇ ਵਿੱਚ ਆਪਾਂ ਪੜ੍ਹਾ ਰਹੇ ਹਾਂ ਤਾਂ ਕਈਆਂ ਨੂੰ 10 ਗੁਰੂਆਂ ਦੇ ਬਾਰੇ ਉਹਨਾਂ ਦੀ ਟਾਈਮਲਾਈਨ, ਕਿਹੜੇ ਗੁਰੂ ਪਹਿਲਾਂ ਆਏ, ਕਿਹੜੇ ਗੁਰੂ ਬਾਅਦ ਦੇ ਵਿੱਚ ਆਏ, ਅੱਛਾ ਉਹਨਾਂ ਨੂੰ ਇੰਨਾ ਵੀ ਨਹੀਂ ਪਤਾ। ਤਾਂ ਇਹ ਸਾਨੂੰ ਐਟਲੀਸਟ ਤਾਂ ਪਤਾ ਹੋਣਾ ਚਾਹੀਦਾ ਵੀ ਆਪਾਂ ਹਿਸਟਰੀ ਪੜ੍ਹਨ ਜਾ ਰਹੇ ਹਾਂ ਤਾਂ ਸਾਨੂੰ ਇਹ ਚੀਜ਼ ਤਾਂ ਸਾਨੂੰ ਪਤਾ ਹੀ ਹੋਣੀ ਚਾਹੀਦੀ ਹੈ। ਅਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਗੁਰੂ ਸੀਗੇ ਜੀ, ਗੁਰੂ ਨਾਨਕ ਦੇਵ ਜੀ, ਉਸ ਤੋਂ ਬਾਅਦ ਆਏ ਸੀਗੇ ਗੁਰੂ ਅੰਗਦ ਦੇਵ ਜੀ, ਉਸ ਤੋਂ ਬਾਅਦ ਉਹ ਗੁਰੂ ਆਏ ਸੀ ਤੀਸਰੇ ਨੰਬਰ 'ਤੇ ਗੁਰੂ ਅਮਰਦਾਸ ਜੀ। ਫਿਰ ਸਾਡੇ ਗੁਰੂ ਆਏ ਸੀਗੇ ਜੀ ਗੁਰੂ ਰਾਮਦਾਸ ਜੀ, ਠੀਕ ਹੈ, ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਸੀਗਾ। ਫਿਰ ਇਸ ਤੋਂ ਬਾਅਦ ਗੁਰੂ ਆਏ ਸੀਗੇ ਜੀ ਆਪਣੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦੀ ਪਹਿਲੀ ਸ਼ਹਾਦਤ ਹੋਈ ਸੀ। ਅਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਜੀ, ਜਿਨ੍ਹਾਂ ਨੇ ਮੀਰੀ ਅਤੇ ਪੀਰੀ ਦੀ ਤਲਵਾਰਾਂ ਚਲਾਈਆਂ ਸੀ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਗੁਰੂ ਆਪਣੇ ਆਏ ਸੀਗੇ ਜਿਹੜੇ 7ਵੇਂ ਗੁਰੂ, ਗੁਰੂ ਹਰ ਰਾਏ ਜੀ। ਅਤੇ ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਜੀ ਆਏ ਸੀ 8ਵੇਂ ਗੁਰੂ। ਅਤੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ 9ਵੇਂ ਗੁਰੂ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਅਤੇ ਫਾਈਨਲ ਸਾਡੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦਾ ਆਪਣੇ ਆਏ ਸੀਗੇ। ਅਤੇ ਇਹ 10 ਗੁਰੂ ਨੇ ਆਪਣੇ ਜੀ ਆਪਾਂ ਟੋਟਲ ਇਹਨਾਂ ਦੇ ਬਾਰੇ, ਇਹਨਾਂ ਦੀ ਲਾਈਫ ਦੇ ਬਾਰੇ, ਇਹਨਾਂ ਦੇ ਬੱਚਿਆਂ ਦੇ ਬਾਰੇ, ਆਪਾਂ ਇਹਨਾਂ ਦੀ ਜਿਹੜੀ ਇਹਨਾਂ ਨੇ ਪ੍ਰਥਾਵਾਂ ਚਲਾਈਆਂ, ਜਿਹੜੇ ਇਹਨਾਂ ਦੀ ਟੀਚਿੰਗਸ ਲੋਕਾਂ ਨੂੰ ਦਿੱਤੀਆਂ, ਉਹਨਾਂ ਸਾਰਿਆਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਤਾਂ ਆਈ ਹੋਪ ਕਿ ਤੁਹਾਨੂੰ ਹੁਣ 10 ਗੁਰੂਆਂ ਦੀ ਟਾਈਮਲਾਈਨ ਐਟਲੀਸਟ ਤਾਂ ਪਤਾ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਅਤੇ ਆਓ ਜੀ ਹੁਣ ਆਪਾਂ ਪਹਿਲੇ ਗੁਰੂ ਤੋਂ ਸਟਾਰਟ ਕਰੀਏ। ਅਤੇ ਉਸ ਤੋਂ ਬਾਅਦ ਹੀ ਹੁਣ ਸਭ ਤੋਂ ਪਹਿਲਾਂ ਆਪਣਾ ਗੁਰੂ ਆਪਾਂ ਨਾਮ ਸਟਾਰਟ ਕਰਾਂਗੇ ਗੁਰੂ ਨਾਨਕ ਦੇਵ ਜੀ ਤੋਂ। ਪਹਿਲਾਂ ਲਗਭਗ ਸਾਰੇ ਸਟੂਡੈਂਟ ਨੂੰ ਪਤਾ ਹੀ ਹੋਊਗਾ। ਅਤੇ ਇੱਕ ਵਾਰੀ ਆਪਾਂ ਨੂੰ ਪੇਪਰ ਪੁਆਇੰਟ ਆਫ ਵਿਊ ਦੇ ਨਾਲ, ਕਿਉਂਕਿ ਆਪਾਂ ਨੂੰ ਕੰਪੀਟੀਟਿਵ ਦੇ ਵਿੱਚ ਪੰਜਾਬ ਦੇ ਵਿੱਚ ਗੁਰੂਆਂ ਤੋਂ ਰਿਲੇਟਿਡ ਕਾਫੀ ਕੁਐਸਚਨ ਆਉਂਦੇ ਨੇ, ਕਿਉਂਕਿ ਜੇ ਮੰਨ ਲਓ 10 ਕੁਐਸਚਨ ਜੀਕੇ ਦੇ ਵਿੱਚ ਪੰਜਾਬ 'ਚ ਪਾਉਣੇ ਆ ਤਾਂ 2-3 ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਮਿਲ ਜਾਣਗੇ ਜਿਹੜੇ ਕਿ ਗੁਰੂਆਂ ਤੋਂ ਰਿਲੇਟਿਡ ਹੋਣਗੇ। ਅਤੇ ਜਿਹਦੇ ਵਿੱਚ ਆਪਾਂ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਵੇਖ ਰਹੇ ਹਾਂ। ਅਤੇ ਆਈ ਹੋਪ ਕਿ ਤੁਸੀਂ ਮੇਰੀ ਕੋਈ ਵੀ ਗੱਲ ਦਾ ਗੁੱਸਾ ਨਹੀਂ ਕਰਨਾ, ਕਿਉਂਕਿ ਆਪਾਂ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਪੜ੍ਹ ਰਹੇ ਹਾਂ, ਠੀਕ ਹੈ ਜੀ। ਅਤੇ ਸਭ ਤੋਂ ਪਹਿਲਾਂ ਜੀ ਇਹਨਾਂ ਦੀ ਟਾਈਮਲਾਈਨ, ਗੁਰੂ ਨਾਨਕ ਦੇਵ ਜੀ ਤੁਹਾਨੂੰ ਪਤਾ ਜੀ ਰੱਬ ਰੂਪੀ ਅਵਤਾਰ ਧਰਤੀ ਦੇ ਉੱਪਰ ਆਏ ਸੀਗੇ। ਅਤੇ ਇਹਨਾਂ ਦੇ ਜਿਹੜਾ ਟਾਈਮ ਪੀਰੀਅਡ ਸੀਗਾ, ਇਹਨਾਂ ਦਾ ਟਾਈਮ ਪੀਰੀਅਡ ਆਪਣਾ ਕੀ ਸੀਗਾ 1469 ਤੋਂ ਲੈ ਕੇ 1539 ਤੱਕ, ਮਤਲਬ ਇਹਨਾਂ ਦੀ ਜਿਹੜੀ ਲਾਈਫ ਸਪੈਨ ਜਿਹੜਾ ਹੈ ਉਹ ਇੰਨਾ ਸੀਗਾ ਜਦੋਂ ਆਏ ਸੀਗੇ। ਅਤੇ ਇਹਨਾਂ ਦਾ ਹੁਣ ਜਨਮ ਸਥਾਨ ਜਿਹੜਾ ਸੀਗਾ ਉਹ ਕਿਹੜਾ ਸੀਗਾ? ਜਨਮ ਸਥਾਨ ਸੀਗਾ ਜੀ ਰਾਏ ਭੋਏ ਦੀ ਤਲਵੰਡੀ, ਫੇਮਸ ਪਲੇਸ ਹੈ ਜਿਹੜਾ ਅੱਜ ਆਪਾਂ ਨਨਕਾਣਾ ਸਾਹਿਬ ਕਹਿੰਦੇ ਹਾਂ ਪਾਕਿਸਤਾਨ ਦੇ ਵਿੱਚ, ਠੀਕ ਹੈ ਜੀ, ਜਿੱਥੇ ਇਹਨਾਂ ਨੇ ਆਪਣਾ ਲਾਸਟ ਟਾਈਮ ਵੀ ਬਤੀਤ ਕੀਤਾ ਸੀਗਾ। ਅਤੇ ਰਾਏ ਭੋਏ ਦੀ ਤਲਵੰਡੀ ਯਾਦ ਰੱਖਣੀ ਹੈ, ਜਿੱਥੇ ਇਹਨਾਂ ਦਾ ਬਰਥ ਪਲੇਸ ਸੀਗਾ, ਜਨਮ ਸਥਾਨ, ਠੀਕ ਹੈ ਜੀ। ਅਤੇ ਇਹਨਾਂ ਦੇ ਫਾਦਰ ਪਟਵਾਰੀ ਸੀਗੇ ਜੀ, ਮਹਿਤਾ ਕਾਲੀਨ ਦਾਸ ਬੇਦੀ ਜੀ ਇਹਨਾਂ ਦੇ ਫਾਦਰ ਸਾਹਿਬ ਸੀਗੇ, ਪਟਵਾਰੀ ਸੀਗੇ, ਉਸ ਪਿੰਡ ਦੇ ਜਿਹੜੇ ਵਿਲੇਜ ਦੇ ਨਵਾਬ ਸੀਗੇ ਉਹਨਾਂ ਦੇ ਅੰਡਰ, ਠੀਕ ਹੈ ਜੀ। ਮਾਤਾ ਤ੍ਰਿਪਤਾ ਜੀ, ਠੀਕ ਹੈ ਜੀ, ਮਾਤਾ ਤ੍ਰਿਪਤਾ ਜੀ ਸਾਡੇ ਇਹਨਾਂ ਦੇ ਮਦਰ ਸੀਗੇ, ਠੀਕ ਹੈ ਜੀ, ਇਹ ਵੀ ਯਾਦ ਰੱਖਣਾ ਹੈ। ਅਤੇ ਇਹ ਜਦੋਂ ਵੀ ਇਹਨਾਂ ਦਾ ਜਨਮ ਹੋਇਆ ਸੀਗਾ ਅਤੇ ਇੱਕ ਅਧਿਆਤਮਿਕ ਬੱਚਾ ਸੀਗਾ। ਅਤੇ ਕਿਉਂਕਿ ਇਹਨਾਂ ਦਾ ਬਹੁਤ ਵੱਡੀਆਂ ਬਚਪਨ ਦੇ ਵਿੱਚ ਹੀ ਗੱਲਾਂ ਕਰਦੇ ਸੀ, ਜਿਹਦੇ ਵਿੱਚੋਂ ਇਹਨਾਂ ਤੋਂ ਪੰਡਿਤ ਮੌਲਵੀ ਬੜੇ ਪ੍ਰਭਾਵਿਤ ਹੋਏ ਸੀਗੇ। ਅਤੇ ਇਸ ਚੀਜ਼ ਨੂੰ ਵੇਖ ਕੇ ਜਦੋਂ ਆਪਣੇ ਪਰਿਵਾਰ ਦੇ ਵਿੱਚ ਕੋਈ ਬੱਚਾ ਐਸੇ ਗੱਲਾਂ ਕਰਦਾ ਤਾਂ ਆਪਾਂ ਸੋਚਦੇ ਹਾਂ ਵੀ ਇਹ ਪਤਾ ਨਹੀਂ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ। ਤਾਂ ਉਹਨਾਂ ਨੂੰ ਆਪਾਂ ਕੀ ਕਰਦੇ ਹਾਂ, ਉਹਨਾਂ ਦਾ ਧਿਆਨ ਨੂੰ ਬਦਲਣ ਵਾਸਤੇ ਆਪਾਂ ਕੀ ਕਰਦੇ ਹਾਂ ਵੀ ਉਸ ਆਪਣਾ ਹਰ ਮਾਤਾ ਪਿਤਾ ਜਿਹੜੇ ਹੁੰਦੇ ਆ ਉਹ ਉਹਦਾ ਇਸ ਤਰ੍ਹਾਂ ਦੀ ਸੋਚ ਕਰਦੇ ਆ ਕਿ ਇਹਦਾ ਧਿਆਨ ਕਿਸੇ ਹੋਰ ਪਾਸੇ ਲੱਗ ਜਾਵੇ, ਠੀਕ ਹੈ ਜੀ। ਅਤੇ ਇਹਦੇ ਕਾਰਨ ਫਿਰ ਕੀ ਕੀਤਾ ਗਿਆ, ਇਹਨਾਂ ਨੂੰ ਦੇ ਜਿਹੜਾ ਸੀਗਾ ਇਹਨਾਂ ਦਾ ਵਿਆਹ ਕਰਵਾ ਦਿੱਤਾ ਗਿਆ। ਬੀਬੀ ਸੁਲੱਖਣੀ ਜਿਹੜੇ ਹੈ ਉਹਨਾਂ ਦੇ ਨਾਲ ਇਹਨਾਂ ਦਾ ਵਿਆਹ ਕਰਵਾਇਆ ਗਿਆ। ਅਤੇ ਉਹਨਾਂ ਦੇ ਘਰ ਫਿਰ ਉਹਨਾਂ ਕੀ ਹੋਇਆ ਜੀ, 2 ਬੇਟਿਆਂ ਨੇ ਜਨਮ ਲਿਆ। ਅਤੇ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ, ਵੈਰੀ ਇੰਪੋਰਟੈਂਟ ਹੈ ਲਖਮੀ ਦਾਸ ਜੀ। ਅਤੇ ਕਈ ਵਾਰੀ ਦੇਵ ਕਰਕੇ ਕੁਐਸਚਨ ਆ ਜਾਂਦਾ ਹੁੰਦਾ ਇੱਥੇ, ਕਈ ਵੀ ਲਖਮੀ ਦਾਸ ਸੀਗਾ ਕਿ ਦੇਵ ਸੀਗਾ, ਠੀਕ ਹੈ ਜੀ। ਤਾਂ ਇੱਥੇ ਇੰਪੋਰਟੈਂਟ ਹੈ ਇਹ ਕੁਐਸਚਨ, ਤੁਸੀਂ ਮਾਰਕ ਕਰ ਲਓ। ਅਤੇ ਬਾਬਾ ਸ਼੍ਰੀ ਚੰਦ ਇਹ ਵੀ ਤੁਸੀਂ ਯਾਦ ਰੱਖਣਾ ਹੈ, 2 ਬੇਟੇ ਸੀ ਇਹਨਾਂ ਦੇ। ਫਿਰ ਵੀ ਇਹਨਾਂ ਦਾ ਧਿਆਨ ਉਹ ਨਹੀਂ ਹੋਇਆ ਸੀਗਾ, ਅਤੇ ਇਹਨਾਂ ਦਾ ਧਿਆਨ ਅਧਿਆਤਮਿਕ ਗੱਲਾਂ ਵੱਲ ਹੀ ਸੀਗਾ, ਠੀਕ ਹੈ ਜੀ। ਅਤੇ ਫਾਈਨਲੀ ਇਹਨਾਂ ਨੇ ਜਦੋਂ ਫਿਰ ਕੀ ਹੋਇਆ ਜੀ, ਇਹਨਾਂ ਦੀ ਕੰਪੋਜੀਸ਼ਨ ਆਉਂਦੀ ਕਿ ਇਹਨਾਂ ਦੇ ਆਪਣੀ ਲਾਈਫ ਦੇ ਵਿੱਚ ਕਿਹੜੀਆਂ ਜਿਹੜੀ ਕੰਪੋਜੀਸ਼ਨ ਮਤਲਬ ਰਚਨਾਵਾਂ ਕੀਤੀਆਂ। ਰਚਨਾਵਾਂ ਦੇ ਵਿੱਚ ਗਿਆ ਜੀ ਜਪਜੀ ਸਾਹਿਬ ਇੱਕ ਜਿਹੜਾ ਬਹੁਤ ਇੰਪੋਰਟੈਂਟ ਪਾਰਟ ਹੈ ਜਿਹੜਾ ਸਿੱਖੀਜ਼ਮ ਦੇ ਵਿੱਚ ਕੀਤਾ ਜਾਂਦਾ ਹੈ। ਆਸਾਂ ਦੀ ਵਾਰ, ਓਂਕਾਰ, ਸਿੱਧ ਗੋਸ਼ਟ, 12 ਮਾਹ, ਵੈਰੀ ਇੰਪੋਰਟੈਂਟ, ਇਹ ਜਿਹੜੀ ਪੇਪਰਾਂ ਦੇ ਵਿੱਚ ਬੜੀ ਵਾਰੀ ਪੁੱਛਿਆ ਜਾਂਦਾ। ਇਹ ਸਾਰੇ ਜਿਹੜੇ ਕੰਪੋਜੀਸ਼ਨਾਂ ਸੀਗੀਆਂ ਗੁਰੂ ਸਾਹਿਬਾਨ ਦੇ ਦੁਆਰਾ ਕੀਤੀਆਂ ਗਈਆਂ ਸੀਗੀਆਂ ਰਚਨਾਵਾਂ। ਅਤੇ ਟੋਟਲ ਇਹਨਾਂ ਦੇ ਜਿਹੜੇ ਸ਼ਬਦ ਸੀਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ 947 ਕੰਟਰੀਬਿਊਸ਼ਨ ਆਪਣੀ ਦਿੱਤੀ ਹੈ ਇਹਨਾਂ ਨੇ। ਜਿਹੜਾ 11ਵਾਂ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹਦੇ ਵਿੱਚ ਜਿਹੜੀਆਂ ਇਹਨਾਂ ਦੇ ਸ਼ਬਦ ਹੈਗੇ ਨੇ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣੇ ਨੇ। ਫਾਈਨਲੀ ਫਿਰ ਇਹਨਾਂ ਨੇ ਜੀ, ਹੁਣ ਤੁਹਾਨੂੰ ਪਤਾ ਜੀ, ਤੁਸੀਂ ਬੁੱਧਿਜ਼ਮ ਪੜ੍ਹ ਲਓ ਭਾਵੇਂ ਜੈਨਿਜ਼ਮ ਪੜ੍ਹ ਲਓ, ਤੁਹਾਨੂੰ ਪਤਾ ਜੀ ਉਹਨਾਂ ਪਰਸਨ ਨੇ ਮਹਾਤਮਾ ਬੁੱਧ ਹੈਗੇ ਸੀਗੇ ਜਿਹੜੇ, ਉਹਨਾਂ ਨੇ ਅਤੇ ਸਿਧਾਂਤ ਜਿਹੜੇ ਸੀਗੇ
ਆਪਣੇ ਮਹਾਵੀਰ ਜੀ, ਉਹਨਾਂ ਨੇ ਕੀ ਕੀਤਾ ਸੀ, ਆਪਣੀ ਲਾਈਫ ਨੂੰ ਘਰੋਂ ਛੱਡ ਕੇ ਚਲੇ ਗਏ ਸੀਗੇ ਤਾਂ ਕਿ ਉਹਨਾਂ ਨੂੰ ਗਿਆਨ ਪ੍ਰਾਪਤ ਹੋਵੇ। ਅਤੇ ਉਸ ਤੋਂ ਪੂਰਾ ਸਮਾਜ ਉਹਨਾਂ ਨੇ ਕੀ ਕੀਤਾ ਸੀਗਾ, ਪੂਰੇ ਸਮਾਜ ਨੂੰ ਬਦਲਣ ਵਾਸਤੇ ਕਈ ਉਦਾਸੀਆਂ ਉਹਨਾਂ ਨੇ ਵੀ ਯਾਤਰਾ ਕੀਤੀਆਂ ਸੀਗੀਆਂ, ਉਹਨਾਂ ਨੇ ਵੀ ਉਪਚਾਰ ਦਿੱਤੇ ਸੀਗੇ ਅਤੇ ਪੂਰੇ ਲੋਕਾਂ ਨੂੰ ਆਪਣੇ ਮਗਰ ਲਗਾਇਆ ਸੀਗਾ। ਅਤੇ ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਨੇ ਵੀ ਕੀ ਕੀਤਾ ਜੀ, ਇਹਨਾਂ ਨੂੰ ਇਹਨਾਂ ਦੀ ਜਿਹੜੀ ਸਿਸਟਰ ਹੈਗੀ ਸੀ ਉਹਨਾਂ ਦੇ ਕੋਲ ਭੇਜਿਆ ਗਿਆ ਅਤੇ ਉੱਥੇ ਮੋਦੀ ਖਾਨੇ ਦੇ ਵਿੱਚ ਇਹਨਾਂ ਨੂੰ ਨੌਕਰੀ ਦਵਾਈ ਗਈ, ਸਤਲੁਜ ਜਿਹੜਾ ਆਪਣੇ ਸੁਲਤਾਨਪੁਰ ਲੋਧੀ ਦੇ ਵਿੱਚ, ਜਿੱਥੇ ਇਹਨਾਂ ਨੇ ਕੀ ਕੀਤਾ 13 ਕਰਕੇ ਸਮਾਨ ਤੋਲਦੇ ਸੀ ਅਤੇ ਲੋਕ ਇਹਨਾਂ ਦੀ ਕਾਫੀ ਚੁਗਲੀ ਕਰ ਦਿੰਦੇ ਹੁੰਦੇ ਸੀਗੇ ਕਿ ਗੁਰੂ ਜੀ ਨੇ ਨੁਕਸਾਨ ਕਰਦੇ ਪਏ ਆ, ਪਰ ਬਾਅਦ ਦੇ ਵਿੱਚ ਜਦੋਂ ਆਪਾਂ ਚੈਕਿੰਗ ਹੁੰਦੀ ਸੀ ਤਾਂ ਪੂਰਾ ਸਮਾਨ ਪ੍ਰੋਪਰ ਹੁੰਦਾ ਸੀਗਾ। ਇਸ ਤਰ੍ਹਾਂ ਕਰਕੇ ਇਹਨਾਂ ਦਾ ਵੀ ਇਹਨਾਂ ਨੇ ਉੱਥੇ ਵੀ ਵਰਕ ਕੀਤਾ। ਫਾਈਨਲੀ ਉੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਇਹਨਾਂ ਨੂੰ ਮਰਦਾਨਾ ਸਾਹਿਬ ਜਿਹੜੇ ਹੈ ਉਹ ਵੀ ਮਿਲਦੇ ਹੈ ਅਤੇ ਫਾਈਨਲੀ ਇਹਨਾਂ ਨੇ ਕੀ ਕੀਤਾ ਜੀ, ਇੱਕ ਦਿਨ ਜਿਹੜਾ ਇਹਨਾਂ ਨੂੰ ਗਿਆਨ ਜਿਹੜਾ ਪ੍ਰਾਪਤ ਹੋਇਆ ਉਹ ਹੋਇਆ ਸੀਗਾ ਰਿਵਰ, ਜਿਹੜੀ ਬੇਨ ਰਿਵਰ ਹੈ ਕਪੂਰਥਲਾ ਦੇ ਵਿੱਚ, ਜਿਹੜੀ ਬੇਨ ਰਿਵਰ ਹੈ ਉੱਥੇ ਬਿਆਸ ਨਦੀ ਦੀ ਸਹਾਇਕ ਨਦੀ ਹੈ, ਉਸ ਨਦੀ ਦੇ ਵਿੱਚ 3 ਦਿਨ ਅਲੋਪ ਰਹਿ ਗਏ। ਉੱਥੇ ਗਏ ਅਤੇ 3 ਦਿਨ ਅਲੋਪ ਰਹੇ ਅਤੇ ਫਾਈਨਲੀ ਜਦੋਂ ਪਹਿਲੀ ਵਾਰੀ ਜਦੋਂ ਸਾਹਮਣੇ ਆਏ ਅਤੇ ਇਹਨਾਂ ਨੇ ਆਉਂਦੇ ਸਾਰੀ ਪਹਿਲਾਂ ਇੱਕ ਵਰਡ ਜਿਹੜੇ ਇਹਨਾਂ ਦੇ ਮੁੱਖ ਤੋਂ ਨਿਕਲੇ ਸੀ ਉਹ ਸੀਗੇ ਵੀ ਨਾ ਤਾਂ ਕੋਈ ਹਿੰਦੂ ਹੈ ਅਤੇ ਨਾ ਕੋਈ ਮੁਸਲਮਾਨ। ਤਾਂ ਫਾਈਨਲੀ ਇਹਨਾਂ ਨੇ ਜਿਹੜਾ ਨਾਅਰਾ ਦਿੱਤਾ ਸੀਗਾ ਅਤੇ ਇਸੇ ਕਰਕੇ ਜਿਹੜਾ ਕੀ ਸੀਗਾ ਵੀ ਗੁਰੂ ਜੀ ਨੇ ਆਪਣੇ ਜਿਹੜਾ ਗਿਆਨ ਪ੍ਰਾਪਤ ਹੋਇਆ ਸੀ ਇਸ ਦੇ ਮਗਰ ਇਹਨਾਂ ਨੇ ਲੋਕਾਂ ਦੇ ਵਿੱਚ ਜਿਹੜੀਆਂ ਤਰ੍ਹਾਂ ਦੀਆਂ ਕੁਰੀਤੀਆਂ ਚੱਲਦੀਆਂ ਪਈਆਂ ਸੀ ਉਸ ਨੂੰ ਰਿਮੂਵ ਕਰਨ ਵਾਸਤੇ ਕਾਫੀ ਚਾਰੇ ਦਿਸ਼ਾਵਾਂ ਦੇ ਵਿੱਚ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਆਪਾਂ ਐਜ਼ ਏ ਪੜ੍ਹਦੇ ਕੀ ਹੁੰਦੇ ਹਾਂ ਉਦਾਸੀਆਂ ਪੜ੍ਹਦੀਆਂ। ਅਤੇ ਉਹਦੇ ਬੇਸ 'ਤੇ ਕੋਈ ਕੁਐਸਚਨ ਨਹੀਂ ਆਇਆ, ਪਰ ਇੰਨਾ ਯਾਦ ਰੱਖਣਾ ਕਿ ਕਿੰਨੀਆਂ ਉਦਾਸੀਆਂ ਕੀਤੀਆਂ ਸੀ, ਕਿੰਨੀਆਂ ਯਾਤਰਾਵਾਂ ਕੀਤੀਆਂ ਸੀ। 4 ਦਿਸ਼ਾ ਦੇ ਵਿੱਚ 4 ਯਾਤਰਾਵਾਂ ਕੀਤੀਆਂ ਸੀ। ਪੂਰੇ ਸ਼੍ਰੀਲੰਕਾ, ਬ੍ਰਹਮਾ, ਸਾਰੇ ਪਾਸੇ ਜਾ ਕੇ ਆਏ ਸੀਗੇ। ਉੱਥੇ ਸਾਰੇ ਜਿੰਨੇ ਵੀ ਲੋਕ ਸੀਗੇ ਜਿਹੜੇ ਗਲਤ ਕੰਮ ਕਰਦੇ ਸੀ ਉਹਨਾਂ ਨੂੰ ਸਹੀ ਰਾਹ 'ਤੇ ਲਗਾਇਆ ਸੀ ਗੁਰੂ ਜੀ ਨੇ ਆਪਣੇ ਗਿਆਨ ਪ੍ਰਾਪਤ ਹੋਣ ਤੋਂ ਬਾਅਦ, ਠੀਕ ਹੈ ਜੀ। ਅਤੇ ਫਾਈਨਲੀ ਇਹਨਾਂ ਦੇ ਟਾਈਮ 'ਤੇ ਜਦੋਂ ਵਾਪਸ ਗੁਰੂ ਜੀ ਆ ਰਹੇ ਸੀਗੇ ਆਪਣੀ ਲਾਈਫ ਦੇ ਵਿੱਚ, ਕਿਉਂਕਿ ਬੁੱਧੀਜ਼ਮ ਅਤੇ ਜੈਨਿਜ਼ਮ ਦੇ ਵਿੱਚ ਅਤੇ ਸਿੱਖੀਜ਼ਮ ਦੇ ਵਿੱਚ ਗੁਰੂ ਨਾਨਕ ਦੇਵ ਅਤੇ ਇਹਨਾਂ ਤਿੰਨਾਂ ਦੇ ਵਿੱਚ ਇੱਕੋ ਫਰਕ ਸੀਗਾ। ਗੁਰੂ ਨਾਨਕ ਦੇਵ ਜੀ ਨੇ ਆਪਣੀ ਲਾਈਫ ਦੇ ਆਖਿਰਲੇ ਸਾਲ ਆ ਕੇ ਆਪਣੀ ਫੈਮਿਲੀ ਦੇ ਵਿੱਚ ਵਾਪਸ ਆ ਗਏ ਸੀਗੇ ਅਤੇ ਬੁੱਧੀਜ਼ਮ ਅਤੇ ਮਹਾਵੀਰਾ ਜਿਹੜੇ ਪਰਸਨ ਸੀ ਉਹ ਆਪਣੀ ਲਾਈਫ ਦੇ ਵਿੱਚ ਇੱਕ ਵਾਰੀ ਛੱਡ ਕੇ ਚਲੇ ਗਏ ਸੀ ਅਤੇ ਉਸ ਤੋਂ ਬਾਅਦ ਆਪਣੀ ਲਾਈਫ ਦੇ ਵਿੱਚ ਗ੍ਰਸਤ ਜੀਵਨ ਉਹਨਾਂ ਨੇ ਨਹੀਂ ਅਪਣਾਇਆ ਸੀਗਾ। ਅਤੇ ਇਹ ਗੁਰੂ ਨਾਨਕ ਦੇਵ ਜੀ ਨੇ ਆਪਣੀ ਲਾਈਫ ਦੇ ਜਿਹੜੇ ਅਖੀਰਲੇ 20 ਸਾਲ ਨੇ ਉਹ ਆਪਣੀ ਲਾਈਫ ਦੇ ਆਪਣੇ ਕਰਤਾਰਪੁਰ ਦੇ ਵਿੱਚ ਆ ਕੇ ਸਟੇਬਲ ਹੋ ਗਏ ਸੀ ਅਤੇ ਉੱਥੇ ਉਹਨਾਂ ਦੇ ਕੋਲ ਆਪਣੀ ਗ੍ਰਸਤ ਜੀਵਨ ਅਪਣਾਉਣਾ ਸਟਾਰਟ ਕੀਤਾ ਸੀਗਾ, ਠੀਕ ਹੈ ਜੀ। ਅਤੇ ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਇਹਨਾਂ ਦੇ ਟਾਈਮ 'ਤੇ ਜਦੋਂ ਮਰਦਾਨੇ ਦੇ ਨਾਲ ਯਾਤਰਾਵਾਂ ਕਰਦੇ ਪਏ ਸੀਗੇ ਤਾਂ ਫਿਰ ਸਿੰਧਪੁਰ ਜਿਹੜਾ ਸੀਗਾ, ਜਿਹੜਾ ਪਾਕਿਸਤਾਨ ਦੇ ਵਿੱਚ, ਉੱਥੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਬਾਬਰ ਤੋਂ ਸਿੱਖਣ ਵਾਲੀ ਗੱਲ ਹੈ ਜੀ। ਬਾਬਰ ਨੇ ਆਪਣੀ ਲਾਈਫ ਦੇ ਵਿੱਚ ਕਹਿੰਦੇ ਜੀ 4 ਲੜਾਈਆਂ, ਆਪਣੀ ਲਾਈਫ ਦੀਆਂ ਪਹਿਲੀਆਂ 4 ਲੜਾਈਆਂ, ਕਿਉਂਕਿ ਬਾਬਰ ਕਿੱਥੋਂ ਦਾ ਸੀਗਾ, ਅਫਗਾਨਿਸਤਾਨ ਦਾ ਸੀਗਾ। ਅਫਗਾਨਿਸਤਾਨ ਦੇ ਵਿੱਚ ਇੱਕ ਕਾਬੁਲ ਸ਼ਹਿਰ ਹੈਗਾ ਜੀ, ਇੱਕ ਹੈਗਾ ਸੀ ਸਮਰਕੰਦ ਕਾਬੁਲ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਸੀਗਾ। ਸਮਰਕੰਦ 'ਤੇ ਅਟੈਕ ਕਰਦਾ ਹੁੰਦਾ ਸੀਗਾ ਬਾਰ-ਬਾਰ ਆਪਣੀ ਲਾਈਫ ਦੇ ਵਿੱਚ, ਤਾਂ ਉਸ ਦੇ ਪਿੱਛੇ ਉਹਨੇ ਆਪਣੀ ਲਾਈਫ ਦੇ ਵਿੱਚ ਨਾ 4 ਅਟੈਕ ਕੀਤੇ ਸੀਗੇ ਅਤੇ 4 ਲੜਾਈਆਂ ਬਾਬਰ ਆਪਣੀ ਲਾਈਫ ਦੇ ਵਿੱਚ ਹਾਰ ਚੁੱਕਿਆ ਸੀ। ਅਤੇ ਫਾਈਨਲੀ ਉਹਨੇ ਕੀ ਕੀਤਾ ਸੀ, ਇੰਡੀਆ ਵੱਲ ਰੁੱਖ ਕੀਤਾ ਸੀ, ਦਿੱਲੀ ਵੱਲ। ਅਤੇ ਦਿੱਲੀ ਵੱਲ ਜਦੋਂ ਆ ਰਿਹਾ ਸੀਗਾ ਤਾਂ ਉਸ ਟਾਈਮ 'ਤੇ ਬਾਬਰ ਨੇ ਕੀ ਕਰਦਾ ਸੀ, ਆਪਣੇ ਪੀਰਾਂ ਫਕੀਰਾਂ ਨੂੰ ਵੀ ਮੰਨਦਾ ਹੁੰਦਾ ਸੀਗਾ ਅਤੇ ਪੀਰਾਂ ਫਕੀਰਾਂ ਨੂੰ ਮੰਨਦਾ ਹੁੰਦਾ। ਅਤੇ ਜਿਹੜੇ ਗੁਰੂ ਨਾਨਕ ਦੇਵ ਜੀ ਸੀਗੇ ਮਰਦਾਨੇ ਦੇ ਨਾਲ ਇਹਨਾਂ ਨੂੰ ਫੜ ਲਿੱਤਾ ਜਾਂਦਾ ਹੈ, ਇਹਨਾਂ ਦੀ ਸੈਨਾ ਨੇ ਇਹਨਾਂ ਨੂੰ ਫੜ ਲਿਆ। ਅਤੇ ਤੁਹਾਨੂੰ ਪਤਾ ਜੀ ਜਦੋਂ ਸੈਨਾ ਫੜੀ ਜਾਂਦੀ ਹੈ ਉਹਦੇ ਵਿੱਚ ਐਜ਼ ਏ ਗੁਲਾਮਾਂ ਵਾਂਗ ਸਾਰਿਆਂ ਨੂੰ ਕੰਮ ਕਰਾਇਆ ਜਾਂਦਾ ਹੈ। ਅਤੇ ਗੁਰੂ ਜੀ ਨੂੰ ਵੀ ਐਜ਼ ਏ ਕਹਿੰਦੇ ਚੱਕੀ ਚਲਾਉਣ ਦਾ ਕੰਮ ਦਿੱਤਾ ਗਿਆ ਸੀਗਾ। ਅਤੇ ਬਾਅਦ ਦੇ ਵਿੱਚ ਉਹਨਾਂ ਦੇ ਇੱਕ ਪਰਸਨ ਨੇ, ਜਦੋਂ ਇੱਕ ਸੋਲਜਰ ਹੈ, ਉਹ ਪਰਸਨ ਨੇ ਵੇਖਿਆ ਕਿ ਗੁਰੂ ਸਾਹਿਬਾਨ ਜਦੋਂ ਅਧਿਆਤਮਿਕ ਮੈਡੀਟੇਸ਼ਨ ਕਰ ਰਹੇ ਆ ਉਸ ਟਾਈਮ ਦੇ ਵਿੱਚ ਕੀ ਹੋ ਰਿਹਾ, ਚੱਕੀਆਂ ਤਾਂ ਆਪਣੇ ਆਪ ਚੱਲਦੀ ਪਈ, ਸਾਰੇ ਕੰਮ ਆਪਣੇ ਆਪ ਹੋਈ ਜਾਂਦੇ। ਅਤੇ ਉਹਨੇ ਜਾ ਕੇ ਬਾਬਰ ਨੂੰ ਦੱਸਿਆ ਅਤੇ ਬਾਬਰ ਨੂੰ ਜਦੋਂ ਪਤਾ ਲੱਗਿਆ ਅਤੇ ਉਹ ਕਹਿੰਦਾ ਮੇਰੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ। ਅਤੇ ਉਹਨੇ ਉੱਥੋਂ ਭੱਜਿਆ, ਸਿੱਧਾ ਗੁਰੂ ਜੀ ਦੇ ਆ ਕੇ ਪੈਰਾਂ 'ਚ ਪਿਆ। ਅਤੇ ਉਸ ਤੋਂ ਬਾਅਦ ਕਹਿੰਦਾ ਗੁਰੂ ਜੀ ਮੇਰਾ ਤਾਂ ਇਹ ਰੀਜ਼ਨ ਹੀ ਨਹੀਂ ਸੀਗਾ ਤੁਹਾਨੂੰ ਗ੍ਰਿਫਤਾਰ, ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਅਤੇ ਪਲੀਜ਼ ਮੈਨੂੰ ਨਾ ਮਾफ़ ਕਰੋ ਅਤੇ ਮੈਨੂੰ ਵੀ ਸ਼ਕਤੀ ਬਖਸ਼ੋ ਕਿ ਮੈਂ ਇਸ ਆਪਣੀ ਲਾਈਫ ਦੇ ਵਿੱਚ ਨਾ ਅਨਸਕਸੈਸਫੁਲ ਰਿਹਾ ਹੁਣ ਤੱਕ ਦਾ। ਅਤੇ ਬਾਅਦ ਦੇ ਵਿੱਚ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀਆਂ 7 ਪੀੜ੍ਹੀਆਂ ਨੇ ਇਸ ਦੇਸ਼ ਦੇ ਉੱਪਰ ਰਾਜ ਕਰਨਾ ਹੈ। ਅਤੇ ਫਾਈਨਲੀ ਗੁਰੂ ਜੀ ਨੇ ਉਸ ਤੋਂ ਇਹ ਵਚਨ ਦਿੱਤੇ ਸੀਗੇ ਆਪਣੇ, ਅਤੇ ਉਹ ਫਾਈਨਲੀ ਤੁਸੀਂ ਦੇਖੋਗੇ ਬਾਅਦ ਵਿੱਚ ਜਾ ਕੇ ਸੱਚ ਵੀ ਹੋਏ ਸੀਗੇ। ਬਾਬਰ ਨੂੰ ਕਿਹਾ ਸੀਗਾ। ਅਤੇ ਉਸ ਤੋਂ ਬਾਅਦ ਦੇਖੋਗੇ ਤੁਸੀਂ ਇਹਨਾਂ ਨੇ ਕਿਹੜੀ ਸਿਟੀ ਫਾਊਂਡ ਕੀਤੀ ਸੀ, ਤਾਂ ਕਈ ਵਾਰੀ ਪੁੱਛ ਲੈਂਦੇ ਸਮਕਾਲੀਨ ਰਾਜਾ ਕੌਣ ਸੀ, ਅਤੇ ਸਮਕਾਲੀਨ ਰਾਜਾ ਬਾਬਰ ਸੀਗਾ। ਗੁਰੂ ਨਾਨਕ ਦੇਵ ਜੀ ਦੇ ਟਾਈਮ 'ਤੇ ਸਮਕਾਲੀਨ ਬਾਬਰ ਸੀ। ਬਾਬਰ ਨੇ, ਅਤੇ ਕਈ ਵਾਰੀ ਤੁਸੀਂ ਦੇਖੋ ਬਾਬਰਨਾਮਾ ਤੁਸੀਂ ਆਪਾਂ ਪੜ੍ਹਦੇ ਹੁੰਦੇ ਹਾਂ ਅਤੇ ਉਹਦੇ ਵਿੱਚ ਜ਼ਿਕਰ ਕੀਤਾ ਹੋਇਆ ਸਾਰਾ, ਠੀਕ ਹੈ ਜੀ, ਅਤੇ ਬਾਬਰ ਦੇ ਬਾਰੇ। ਅਤੇ ਉਸ ਤੋਂ ਬਾਅਦ ਆਪਾਂ ਸਿਟੀ ਇਹਨਾਂ ਨੇ ਕਿਹੜੀ ਫਾਊਂਡ ਕੀਤੀ ਸੀ, ਅਤੇ ਸਿਟੀ ਦੇਖੋ ਜੀ ਕਰਤਾਰਪੁਰ 2 ਹੈਗੇ ਨੇ, ਇੱਕ ਤਾਂ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਹੈ,
ठीक है जी। एक करतारपुर अपना तुसी जलंधर के कोल देखोगे करतारपुर सिटी है, वो गुरु अर्जन देव के द्वारा वसाई गई है। तो ਜਿਹੜਾ करतारपुर रावी नदी के पाकिस्तान ਦੇ ਵਿੱਚ है, वो गुरु नानक देव जी ਦੇ जिथे उन्होंने अंतिम ਜਿਹੜੇ अपने ਜਿਹੜੇ साल ने वो बतीत ਕੀਤੇ ਸੀਗੇ। ठीक है जी। फाइनली ਤੁਸੀਂ ਉੱਥੇ ਵੇਖ ਲਿਆ ਜੀ। ਇਹਨਾਂ ਨੇ ਇੱਥੇ ਜਦੋਂ ਕਰਤਾਰਪੁਰ ਦੇ ਵਿੱਚ ਜਿਹੜਾ ਆਏ ਤਾਂ ਇੱਥੇ ਇਹਨਾਂ ਨੇ ਕੀ ਚਲਾਇਆ ਸੀ, कॉमन किचन प्रथा, मतलब कह सकते हैं कि लंगर प्रथा जी है स्टार्ट की सी गुरु नानक देव जी ने। ठीक है जी। तो ये तुसी याद रखना है। अच्छा, लंगर प्रथा स्टार्ट की सी, इन्हों पीक के उपर मतलब कहने हैं कि सब तो उचाई के उपर कौन लैके गए जी, गुरु अंगद देव जी। फाइनली तुसी याद रखना, इस प्रथा को अगे बहुत अगे वधाया, फिर गुरु अंगद देव जी के टाइम पर वो प्रथा को वधाया गया सीगा। ठीक है जी। तो उस तो बाद देखो जी इन्हों के सक्सैसर देखो जी, इन्हों के टाइम ते जो करतारपुर दे विच रह रहे थे तो उस टाइम के भाई लैणा जी फिर इन्हों के एक फॉलोअर बन गए, डिसाइपल मतलब बन गए। तो गुरु जी का उन्हों की सुभाव नूं वेख के उन्होंने उपर इन्ना कि ट्रस्ट बन गया, तो उन्होंने अपनी जी गुरु गद्दी है अपने बेटियां नूं ना दे के अपनी बाईपास सीधा भाई लैणा जी नूं गुरु गद्दी दी है, गुरशिप दी है। तो उस तो बाद भाई लैणा जी नूं कहा कि भी उन्हों का नाम भी बदलिया, तो उन्होंने कहा गया कि गुरु अंगद देव जी उन्हों का नाम रखा गया। तो अंगद देव का मतलब सीगा मतलब वो गुरु जी का एक पार्ट ने। ठीक है जी। उन्होंने ये कहा गया सीगा। तो फाइनली इन्होंने 4 उदासियां कीतियां सी, ते फाइनली एक करतारपुर दे विच जिहड़ा पाकिस्तान दे विच करतारपुर है, उत्थे इन्हां दा 18 साल की स्टे तो बाद इन्हां दा उत्थे ज्योति जोत समा गए सी फाइनली उत्थे। तो बाद दे विच हुण अंगद देव जी नूं उत्थे हुण जिहड़ा सिखिज़म है उत्थे गुरु अंगद देव जी नहीं फैला सकदे सी, तां करके गुरु क्योंकि उत्थे बाबा श्री चंद ते लक्ष्मी दास जिहड़े सीगे वो इन्हां नूं इह चीज़ ते नहीं करन दे रहे सी, क्योंकि वो उन्हां नूं नहीं मनदे सी। ते बाद च गुरु अंगद देव जी की करनगे, गोइंदवाल साहब दे विच खडूर साहब दे विच की करनगे, अपना नवा डेरा बनाउणगे। उस टाइम ते सिखिज़म जिहड़े गुरु नानक देव जी टीचिंग्स ने वो उन्हां नूं फॉलो करनगे। ठीक है जी। आई होप कि गुरु नानक देव जी के बारे जिन्ना भी मैं तुहानूं दस्सिआ है, ये सारा मैं तुहानूं गुरु नानक देव जी के बारे ये जिन्ना पेपर के पॉइंट ऑफ व्यू ने मैं उन्ना समझा दिता है। तो फाइनली आपां नैक्सट गुरु के बारे वेखदे हां। गुरु अंगद देव जी के बारे, गुरु अंगद देव जी क्योंकि तुहानूं मैं दस्सिआ सीगा भी करतारपुर दे विच इन्हां नूं गुरुगद्दी मिली सी, उत्थे उन्हां नूं नहीं सी उन्हां नूं प्रचार करन दिता जा रहा, गुरु जी की टीचिंग्स नूं नहीं फैलाण दिता जा रहा, क्योंकि उत्थे की सीगा नैचुरली गल हुंदी है कि फादर साहब मेरे ने तो फिर मैनूं गुरुगद्दी मिलनी चाहिए सी, शायद उन्हां नूं इदां दा सीगा ते वो चीज़ ना मिलन के कारण थोड़ा जा कहते हैं भी हेट करन लग जाए जां कुछ भी हो सकता है। तो उस तो बाद गुरु अंगद देव जी की किया जी, इन्हों का टाइम पीरियड की सीगा जी 1504 AD तो लैके 1552 AD तक इन्हों का टाइम सीगा, मतलब 48 ईयर का टाइम पीरियड रहा गुरु जोड़े सैकेंड गुरु जी है साडे अपने गुरु अंगद देव जी। ठीक है। इन्हों का बर्थ प्लेस की है जी, इन्हों की बर्थ प्लेस है जी, इन्हों का बर्थ प्लेस बड़ी बारी पेपर पूछा गया, तो ये सी मत्ते दी सराए, ये जड़ा सराए नागा जिन्हों आप कह दें ये कित्थे है जी, मुक्तसर दे विच, मुक्तसर साहब दे विच जिथे मेला लगता है वो जड़ा इत्थे प्लेस है गुरु अंगद देव जी तो रिलेटिड है। ये बहुत इंपोर्टेंट क्वेश्चन है, पेपर दे विच बड़ी बारी रिपीट हो चुका है, तुसी PSSS बोर्ड का पेपर चक के वेखो, तुहानूं गुरु जी का ये क्वेश्चन जरूर मिलूगा। फाइनली उस तो बाद आंदा जी इन्हां दे फादर साहब किहड़े सीगे, भाई फेरू जी इन्हां दे फादर साहब सीगे, ते माता किहड़े सीगे, माता दया कौर जी इन्हां दे मदर सीगे। ते फाइनली इन्हां दा जिहड़ा जी विआह होया सीगा वो सीगा बीबी खीमी जी दे नाल इन्हां दा विआह होया सीगा। ते इन्हां दे भी बेटे किहड़े होए सी, दासू ते दत्तू, ते डॉटर जिहड़ी अमरो होई सी, ते एक डॉटर होर सी, ते वो मैनूं दस्सिआ भी सीगा स्टूडेंट ने, तो मैं उसनूं इत्थे नहीं सी लिख पाया, तो तुसी वो मैनूं याद नहीं है, तो जे तो कोई मैनूं दस सकदा कमेंट बॉक्स दे विच जरूर दस देना। ठीक है जी। तो मैं उसनूं पिंक मार्क कर दूँगा। ठीक है। तो उस तो बाद इन्हां ने जी फिर की कीता जी, पंजाबी दी जिहड़े आपां देखा पंजाबी नूं आपां लिखण वास्ते की यूज़ करते हैं, पंजाबी नूं लिखण वास्ते आपां एक स्क्रिप्ट यूज़ करते हैं, उन्होंने आपां कहने एक तो शाहमुखी स्क्रिप्ट यूज़ होंदी है, एक होंदी है जी गुरुमुखी स्क्रिप्ट। तो जिहड़ी गुरुमुखी स्क्रिप्ट है ये अपनी पंजाबी नूं बोलण वास्ते, पंजाब दी जिहड़ी मौजूदा इंडिया दे विच पंजाब है उसनूं बोलण वास्ते पंजाबी नूं गुरुमुखी स्क्रिप्ट है। ये जिहड़ी स्क्रिप्ट है ये किन्हां दे द्वारा डिफाइन कीती, जिहड़े अखरां नूं प्रॉपर वे दे नाल सजाया गया सीगा, जां प्रॉपर वे दे नाल जिहड़े सारे अखर लगाए गए सी, वो गुरु अंगद देव जी का काम सीगा, ते उन्होंने इस जिहड़ी स्क्रिप्ट है इन्वेंट की सी, ये तुसी याद रखना है। ठीक है जी। इन्हां ने हुण देखो जी, तो कंपोजिशन मतलब इन्हां दी कंपोजिशन की सीगी, इन्हां ने फस्ट गुरु की जिहड़ी
ਜਿਹੜੇ ਸਾਰੀ ਉਹਨਾਂ ਦੀ ਲਾਈਫ ਦੀ ਜੀਵਨੀ ਸੀ ਉਹ ਭਾਈ ਬਾਲੇ ਜੀ ਤੋਂ ਲੈ ਕੇ ਉਹਨਾਂ ਦੀ ਜਨਮ ਸਾਖੀ ਜਿਹੜੀ ਹੈ ਲਿਖਵਾਈ ਸੀ ਇਹਨਾਂ ਨੇ। ਜਿਹਨੂੰ ਆਪਾਂ ਜਨਮ ਸਾਖੀ ਕਹਿ ਦਿੰਦੇ ਹਾਂ। ਗੁਰੂ ਜਨਮ ਸਾਖੀਆਂ ਕਿਸ ਤੋਂ ਰਿਲੇਟਡ ਨੇ? ਜਨਮ ਸਾਖੀਆਂ ਰਿਲੇਟਡ ਸੀ ਗੁਰੂ ਨਾਨਕ ਦੇਵ ਜੀ ਤੋਂ ਰਿਲੇਟਡ, ਉਹਨਾਂ ਦੀ ਲਾਈਫ ਦੇ ਵਿੱਚ ਜਿਹੜੇ ਇਵੈਂਟ ਹੋਏ ਸੀ। ਭਾਈ ਬਾਲੇ ਜੀ ਦੀ ਜਨਮ ਸਾਖੀ ਸਭ ਤੋਂ ਇੰਪੋਰਟੈਂਟ ਆਪਾਂ ਮੰਨਦੇ ਹੁੰਦੇ ਹਾਂ, ਅਤੇ ਇਹ ਸਿੱਖੀਜ਼ਮ ਦੇ ਵਿੱਚ ਮੰਨੀ ਜਾਂਦੀ ਹੈ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸੀਗਾ? ਇਹਨਾਂ ਨੇ ਗੁਰੂ ਜੀ ਨੇ ਇੱਕ ਪ੍ਰਥਾ ਹੋਰ ਚਲਾਈ ਸੀ, ਮੱਲ ਅਖਾੜਾ ਜਿਹੜਾ ਸੀਗਾ ਫਿਜ਼ੀਕਲ ਫਿਟਨੈਸ ਵਾਸਤੇ। ਜਿਵੇਂ ਆਪਾਂ ਜਿਮ ਅੱਜ ਕੱਲ੍ਹ ਦੇ ਜਿਹੜੇ ਹੁੰਦੇ ਆ ਉਹ ਆਪਣੀ ਬੋਡੀ ਨੂੰ ਫਿਟ ਕਰਨ ਵਾਸਤੇ ਆਪਾਂ ਜਿਮ ਕਰਦੇ ਹਾਂ, ਇਸੇ ਤਰ੍ਹਾਂ ਹੀ ਉਸ ਟਾਈਮ ਦੇ ਵਿੱਚ ਸਪਿਰਿਚੁਅਲ ਲਾਈਫ ਦੇ ਨਾਲ ਧਾਰਮਿਕ ਹੋਣ ਦੇ ਨਾਲ ਤੁਹਾਡੀ ਫਿਜ਼ੀਕਲ ਫਿਟਨੈਸ ਵੀ ਹੋਵੇ, ਅਤੇ ਗੁਰੂ ਜੀ ਨੇ ਮੱਲ ਅਖਾੜੇ ਨਾਮ ਦੀ ਇੱਕ ਪ੍ਰਥਾ ਚਲਾਈ ਸੀ, ਉਹ ਵੀ ਤੁਸੀਂ ਯਾਦ ਰੱਖਣਾ। ਅਤੇ ਫਾਈਨਲੀ ਉਸ ਤੋਂ ਬਾਅਦ ਗੁਰੂ ਜੀ ਨੇ ਕੀ ਕੀਤਾ ਸੀਗਾ ਜੀ? ਗੁਰੂ ਜੀ ਕਿੱਥੇ ਮਿਲੇ ਸੀ? ਗੁਰੂ ਨਾਨਕ ਦੇਵ ਜੀ ਨੂੰ ਕਰਤਾਰਪੁਰ ਦੇ ਵਿੱਚ ਮਿਲੇ ਸੀ, ਅਤੇ ਫਾਈਨਲੀ ਉੱਥੇ ਹੀ 20 ਸਾਲ ਇਹਨਾਂ ਨੇ ਭਗਤੀ ਕੀਤੀ ਸੀ। ਇਹਨਾਂ ਦਾ ਵਿਸ਼ਵਾਸ, ਇਹਨਾਂ ਦਾ ਸੁਭਾਅ ਵੇਖ ਕੇ ਗੁਰੂ ਜੀ ਨੇ ਇਹਨਾਂ ਨੂੰ ਗੁਰਗੱਦੀ ਦਿੱਤੀ ਸੀ। ਠੀਕ ਹੈ ਜੀ। ਅਤੇ ਫਾਈਨਲੀ ਇਹ ਪਹਿਲਾਂ ਕਿਹਨਾਂ ਦੇ ਡਿਵੋਟੀ ਸੀ? ਮਤਲਬ ਪਹਿਲਾਂ ਇਹ ਗੁਰੂ ਜੀ ਤੋਂ ਮਿਲਣ ਤੋਂ ਪਹਿਲਾਂ ਇਹ ਕਿਹਨਾਂ ਨੂੰ ਮੰਨਦੇ ਹੁੰਦੇ ਸੀਗੇ? ਅਤੇ ਪਹਿਲਾਂ ਮੰਨਦੇ ਸੀ ਮਾਤਾ ਦੁਰਗਾ ਨੂੰ। ਠੀਕ ਹੈ ਜੀ। ਅਤੇ ਫਾਈਨਲੀ ਇਹਨਾਂ ਨੇ ਕੀ ਕੀਤਾ ਜੀ? ਜਿਹੜੀ ਗੁਰੂਸ਼ਿਪ ਹੈ 1539 ਦੇ ਵਿੱਚ ਗੁਰੂ ਨਾਨਕ ਦੇਵ ਦੀ ਜੋਤੀ ਜੋਤ ਸਮਾਨ ਤੋਂ ਬਾਅਦ 1539 ਦੇ ਵਿੱਚ ਇਹਨਾਂ ਨੂੰ ਕਰਤਾਰਪੁਰ ਦੇ ਵਿੱਚ ਗੁਰੂਸ਼ਿਪ ਦਿੱਤੀ ਗਈ ਸੀ। ਇਹ ਯਾਦ ਰੱਖਣਾ। ਇਹਨਾਂ ਦੇ ਟਾਈਮ ਦੇ ਵਿੱਚ ਕੌਣ ਸੀਗਾ? ਇਹਨਾਂ ਦੇ ਟਾਈਮ 'ਤੇ ਰਾਜਾ ਹੁੰਦਾ ਸੀਗਾ ਕੰਟੈਂਪਰੇਰੀ ਜਿਹੜਾ ਰਾਜਾ ਸੀਗਾ ਉਹ ਸੀਗਾ ਹੁਮਾਯੂੰ ਅਤੇ ਸ਼ੇਰ ਸ਼ਾਹ ਸੂਰੀ। ਤੁਹਾਨੂੰ ਪਤਾ ਜੀ ਹੁਮਾਯੂੰ ਆਪਣੀ ਲਾਈਫ ਦੇ ਵਿੱਚ ਐਸਾ ਪਰਸਨ ਹੈ ਜਿਹਦੇ ਵਿੱਚ ਹਿਸਟਰੀ ਦੇ ਵਿੱਚ ਸਾਨੂੰ ਇੱਕ ਮੈਸੇਜ ਮਿਲਦਾ ਹੈ ਕਿ ਲਾਈਫ ਅੱਜ ਜੇ ਕਿਸੇ ਦੇ 10 ਰੁਪਏ ਗਵਾਚ ਜਾਣ ਤਾਂ ਮਿਲਦੇ ਨਹੀਂ ਵਾਪਸ, ਪਰ ਹੁਮਾਯੂੰ ਇੱਕ ਐਸਾ ਪਰਸਨ ਸੀਗਾ, ਇਹਨੇ ਆਪਣੀ ਲਾਈਫ ਦੇ ਵਿੱਚ ਕੀ ਕੀਤਾ ਸੀਗਾ? ਬਾਬਰ ਦਾ ਬੇਟਾ ਸੀਗਾ। ਬਾਬਰ ਦੇ ਮਰਨ ਤੋਂ ਬਾਅਦ ਹੁਮਾਯੂੰ ਆਪਣੇ 4 ਭਰਾਵਾਂ ਨੂੰ ਲੈ ਕੇ ਦਿੱਲੀ ਦੀ ਗੱਦੀ ਦੇ ਉੱਪਰ ਬੈਠਾ ਸੀਗਾ, ਅਤੇ ਆਪਣੀ ਲਾਈਫ ਦੇ ਵਿੱਚ ਕੀ ਕੀਤਾ ਸੀ ਇਹਨੇ ਜੀ? ਪਹਿਲਾਂ ਇਹਦੇ ਅੰਡਰ ਬਿਹਾਰ ਦੇ ਵਿੱਚ ਗੁਲਾਮ ਸੀਗਾ, ਉਹ ਗੁਲਾਮ ਦਾ ਬੇਟਾ ਜਿਹੜਾ ਸ਼ੇਰ ਸ਼ਾਹ ਸੂਰੀ ਨੇ ਦਿੱਲੀ ਦੇ ਅਟੈਕ ਕਰਕੇ ਹੁਮਾਯੂੰ ਨੂੰ ਹਰਾ ਦਿੱਤਾ ਸੀਗਾ। ਅਤੇ ਹੁਮਾਯੂੰ ਹਰਾਉਣ ਤੋਂ ਬਾਅਦ ਆਪਣੀ ਕਾਬਲੀਅਤ ਨੂੰ ਫਿਰ ਇਹਨੇ ਸਾਬਤ ਕੀਤਾ। ਅਤੇ ਜਦੋਂ ਪਹਿਲੀ ਵਾਰੀ ਇਹ ਹਾਰਿਆ ਸੀ, ਜਦੋਂ ਦੋਨੇ ਸ਼ੇਰ ਸ਼ਾਹ ਸੂਰੀ ਤੋਂ ਦੋਨੇ ਲੜਾਈਆਂ 'ਚ ਹਾਰ ਗਿਆ ਸੀ ਹੁਮਾਯੂੰ, ਅਤੇ ਫਾਈਨਲੀ ਪੰਜਾਬ ਵੱਲ ਭੱਜਿਆ ਸੀਗਾ, ਅਤੇ ਉਹਨੇ ਫਿਰ ਆ ਕੇ ਜਿਹੜੇ ਸੀਗੇ ਗੁਰੂ ਅੰਗਦ ਦੇਵ ਜੀ ਜਦੋਂ ਭਗਤੀ ਦੇ ਉੱਪਰ ਬੈਠੇ ਸੀ ਉੱਥੇ ਤਲਵਾਰ ਆ ਕੇ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਅਤੇ ਫਾਈਨਲੀ ਉਹਨਾਂ ਨੇ ਇੱਥੇ ਆ ਕੇ ਫਿਰ ਜਦੋਂ ਗੁਰੂ ਜੀ ਮੈਡੀਟੇਸ਼ਨ ਕਰ ਰਹੇ ਹੈ ਅਤੇ ਗੁਰੂ ਅੰਗਦ ਦੇਵ ਜੀ, ਤਾਂ ਉਸ ਟਾਈਮ 'ਤੇ ਇਹਨੇ ਤਲਵਾਰ ਕੱਢਣ ਦੀ ਕੋਸ਼ਿਸ਼ ਕੀਤੀ, ਤਲਵਾਰ ਨਿਕਲੀ ਨਹੀਂ। ਅਤੇ ਉਸ ਟਾਈਮ 'ਤੇ ਗੁਰੂ ਜੀ ਨੇ ਫਿਰ ਜਦੋਂ ਬਾਅਦ ਵਿੱਚ ਮੈਡੀਟੇਸ਼ਨ ਤੋਂ ਉੱਠ ਕੇ ਬਾਅਦ ਜਿਹਨੇ ਗੁਰੂ ਜੀ ਨਾਲ ਗੱਲ ਹੋਈ ਤਾਂ ਹੁਮਾਯੂੰ ਨੇ ਅੱਗੋਂ ਕਿਹਾ ਸੀਗਾ ਵੀ ਤੁਹਾਡੇ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਸਾਡੀ 7 ਪੀੜ੍ਹੀਆਂ ਦਿੱਲੀ ਦੇ ਉੱਪਰ ਰਾਜ ਕਰਨਗੀਆਂ, ਅਤੇ ਇਹ ਤਾਂ ਤੁਸੀਂ ਦੇਖ ਲਓ ਕਿ ਹੁਣ ਮੇਰੀ ਤਾਂ ਅਜੇ ਤਾਂ ਦੂਸਰੀ ਪੀੜ੍ਹੀ ਨਹੀਂ ਆਈ, ਅਤੇ ਪਹਿਲਾਂ ਹੀ ਮੇਰਾ ਰਾਜ ਖੁਵੀ ਗਿਆ ਸਾਰਾ। ਅਤੇ ਗੁਰੂ ਸਾਹਿਬ ਨੇ ਕਿਹਾ ਸੀਗਾ ਹੁਣ ਜਿਹੜਾ ਤੇਰਾ ਤਲਵਾਰ ਕੱਢਣਾ ਸੀਗਾ, ਪਹਿਲੇ ਤੈਨੂੰ ਰਾਜ ਮਿਲ ਵੀ ਸਕਦਾ ਸੀ, ਪਰ ਇਹ ਤਲਵਾਰ ਜਿਹੜੀ ਹੁਣ ਤੂੰ ਇਸ ਟਾਈਮ 'ਤੇ ਗਲਤ ਟਾਈਮ 'ਤੇ ਕੱਢੀ ਹੈ, ਇਸ ਦੇ ਕਾਰਨ ਤੈਨੂੰ ਹੁਣ ਕੀ ਕਰਨਾ ਪੈਣਾ ਹੈ? ਤੈਨੂੰ ਪੰਜਾਬ ਤੋਂ ਬਾਹਰ ਜਾਣਾ ਪੈਣਾ, ਹਿੰਦੁਸਤਾਨ ਤੋਂ ਬਾਹਰ। ਜਦੋਂ ਤੂੰ ਵਾਪਸ ਆਏਂਗਾ ਫਿਰ ਤੇ ਇਹ ਜਿਹੜਾ ਤੂੰ ਹੈ ਦਿੱਲੀ ਦੇ ਤਖਤ ਦੇ ਉੱਪਰ ਦੁਬਾਰਾ ਬੈਠੇਗਾ। ਅਤੇ ਹੁਮਾਯੂੰ ਇੱਕ ਐਸਾ ਪਰਸਨ ਸੀਗਾ ਜਿਹਨੇ ਹਿਸਟਰੀ ਦੇ ਵਿੱਚ ਆਪਣੀ ਦਿੱਲੀ ਦਾ ਬਾਦਸ਼ਾਹ ਹੋਣ ਤੋਂ ਬਾਅਦ ਇੱਕ ਵਾਰੀ ਆਪਣੇ ਤਾਜ ਨੂੰ ਖੋ ਦਿੱਤਾ ਸੀਗਾ। ਉਸ ਤੋਂ ਬਾਅਦ ਫਿਰ ਇਹਨੇ ਦੁਬਾਰਾ ਰੀਗੇਨ ਕੀਤਾ ਸੀਗਾ, ਦੁਬਾਰਾ ਲੜਾਈਆਂ ਲੜ ਕੇ ਆਪਣੇ ਆਪ ਨੂੰ, ਆਪਣੀ ਕਾਬਲੀਅਤ ਨੂੰ ਦੁਬਾਰਾ ਸਾਬਿਤ ਕੀਤਾ ਸੀ। ਇਸ ਵਰਗਾ ਪਰਸਨ ਪਹਿਲੀ ਲਾਈਫ ਦੇ ਵਿੱਚ ਤੁਸੀਂ ਹਿਸਟਰੀ ਦੇ ਵਿੱਚ ਮੰਨ ਸਕਦੇ ਹੋ ਕਿ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਕਿਉਂਕਿ ਇਸ ਤਰ੍ਹਾਂ ਦੇ ਇਵੈਂਟ ਵੀ ਸਾਨੂੰ ਹਿਸਟਰੀ ਦੇ ਵਿੱਚ ਵੇਖਣ ਨੂੰ ਮਿਲੇ ਨੇ। ਠੀਕ ਹੈ ਜੀ। ਦੇਖੋ ਉਸ ਤੋਂ ਬਾਅਦ ਇਹਨਾਂ ਨੇ ਹੁਣ ਕਿਹੜੀ ਸਿਟੀ ਫਾਊਂਡ ਕੀਤੀ ਸੀ? ਕਿਉਂਕਿ ਮੈਂ ਦੱਸਿਆ ਸੀ ਕਰਤਾਰਪੁਰ ਦੇ ਵਿੱਚ ਇਹਨਾਂ ਨੂੰ ਨਹੀਂ ਰਹਿਣ ਦਿੱਤਾ ਗਿਆ ਸੀਗਾ, ਉੱਥੇ ਇਹਨਾਂ ਨੂੰ ਕਿਹਾ ਗਿਆ ਸੀ ਤੁਸੀਂ ਹੋਰ ਥਾਂ 'ਤੇ ਚਲੇ ਜਾਓ। ਅਤੇ ਫਿਰ ਫਾਈਨਲੀ ਆ ਕੇ ਨੇ ਖਡੂਰ ਸਾਹਿਬ ਦੇ ਵਿੱਚ ਗੁਰੂ ਜੀ ਨੇ ਆਪਣਾ ਇੱਕ ਨਵਾਂ ਸਿਟੀ ਜਿਹੜਾ ਵਸਾਇਆ, ਨਵਾਂ ਡੇਰਾ ਬਣਾਇਆ। ਡੇਰਾ ਬਣਾ ਕੇ ਉੱਥੇ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗ ਨੂੰ ਲੋਕਾਂ ਲਈ ਫੈਲਾਇਆ ਸੀਗਾ। ਅਤੇ ਫਾਈਨਲੀ ਇਹ ਜਿਹੜਾ ਖਡੂਰ ਸਾਹਿਬ ਹੈ, ਇਹ ਇਹਦਾ ਕੁਐਸਚਨ ਇੱਕ ਪੰਜਾਬ ਦੇ ਵਿੱਚ ਇੱਕ ਹੋਰ ਆਉਂਦਾ ਹੈ ਕਿ ਪੰਜਾਬ ਦੇ ਇੱਕ ਐਸਾ ਏਰੀਆ ਜਿੱਥੇ ਅਰਬਨ ਏਰੀਆ ਨਹੀਂ ਹੈਗਾ, ਅਤੇ ਉਹ ਸਿਟੀ ਹੈ ਪਰ ਉੱਥੇ ਅਰਬਨ ਏਰੀਆ ਨਹੀਂ ਹੈਗਾ, ਉਹ ਹੈਗਾ ਜੀ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਵਸਾਇਆ ਗਿਆ ਖਡੂਰ ਸਾਹਿਬ ਸਿਟੀ। ਠੀਕ ਹੈ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਇੱਥੇ ਸਿਰਫ ਪੇਂਡੂ ਏਰੀਆ ਹੈ। ਉਸ ਤੋਂ ਬਾਅਦ ਇਹ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਲੰਗਰ ਪ੍ਰਥਾ ਹੈ ਉਸ ਨੂੰ ਸਟਰੈਂਥਨ ਕੀਤਾ ਸੀ। ਮੈਂ ਦੱਸਿਆ ਨੇ ਪੀਕ ਦੇ ਉੱਪਰ ਪਹੁੰਚਾਇਆ ਸੀਗਾ, ਇਹਨਾਂ ਨੇ ਪੀਕ ਦੇ ਉੱਪਰ ਪਹੁੰਚਾਤਾ ਸੀਗਾ। ਅਤੇ ਫਾਈਨਲੀ ਇਹਨਾਂ ਨੂੰ ਵੀ ਜਿਹੜੀ ਗੁਰੂ ਗੱਦੀ ਸੀ ਇਹਨਾਂ ਨੇ ਵੀ ਆਪਣੇ ਬੇਟਿਆਂ ਨੂੰ ਦੇਣ ਦੀ ਬਜਾਏ ਸੇਮ ਗੁਰੂ ਨਾਨਕ ਦੇਵ ਜਿਵੇਂ ਇਹਨਾਂ ਨੂੰ ਵੀ ਲੱਗਿਆ ਕਿ ਇਹਨਾਂ ਦੇ ਜਿਹੜੇ ਡਿਵੋਟੀ ਇਹਨਾਂ ਦੇ ਮਤਲਬ ਜਿਹੜੇ ਡਿਸਾਈਪਲ ਸੀਗੇ, ਜਿਹੜੇ ਇਹਨਾਂ ਦੇ ਫੋਲੋਅਰ ਗੁਰੂ ਅਮਰਦਾਸ ਜੀ ਵੈਰੀ ਓਲਡ ਏਜ, ਬਹੁਤ ਜ਼ਿਆਦਾ ਓਲਡ ਏਜ ਦੇ ਵਿੱਚ ਇਹਨਾਂ ਕੋਲ ਬਣੇ ਸੀਗੇ, ਇਹਨਾਂ ਦੇ ਫੋਲੋਅਰ ਬਣੇ ਸੀਗੇ। ਅਤੇ ਗੁਰੂ ਗੱਦੀ ਆਪਣੇ ਬੇਟਿਆਂ ਤੋਂ ਬਾਈਪਾਸ ਕਰਕੇ ਜਿਹੜੇ ਅਮਰਦਾਸ ਜੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਉਮਰ ਦੇ ਵਿੱਚ ਇਹਨਾਂ ਨੇ ਗੁਰੂ ਗੱਦੀ ਦੇ ਦਿੱਤੀ ਸੀ। ਉਹ
ਇੰਡੀਆ ਆਪਣੇ ਸਿੱਖੀਜ਼ਮ ਦੇ ਵਿੱਚ ਸਾਡੇ ਆਉਣ ਵਾਲੇ ਤੀਸਰੇ ਗੁਰੂ ਬਣਨਗੇ, ਉਹ ਆਪਾਂ ਹੁਣ ਆਪਣੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਪੜਾਂਗੇ। ਤੇ ਫਾਈਨਲੀ ਜਿਹੜੇ ਗੁਰੂ ਸਾਹਿਬਾਨ ਨੇ 1552 ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਕੀ ਸੀਗਾ ਜੋਤੀ ਜੋਤ ਸਮਾ ਗਏ ਸੀਗੇ। ਤੇ ਉਸ ਤੋਂ ਬਾਅਦ ਥਰਡ ਗੁਰੂ ਦੇ ਬਾਰੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਆਈ ਹੋਪ ਕਿ ਤੁਹਾਨੂੰ ਹੁਣ ਤੱਕ ਦਾ ਸਾਰਾ ਵੀਡੀਓ ਸਮਝ ਆਈ ਹੋਵੇਗੀ। ਤੇ ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਪਲੀਜ਼ ਸ਼ੇਅਰ ਸਬਸਕ੍ਰਾਈਬ ਟੂ ਮਾਈ ਚੈਨਲ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ।